Good morning student. Today I am going to explain the concept that is a controlling process, which is the topic of chapter number 8, that is a controlling. In previous video we have discussed about the meaning of controlling, features of controlling and also important of controlling. Now today I want to explain the concept of controlling process. First of all, I would like to explain that what do you mean by controlling process. So, controlling is the combination of two words, that is a controlling plus process. ਕੰਟਰੋਲਿੰਗ ਦਾ ਮੀਨ ਕੀ ਹੁੰਦਾ ਹੈ ਬੇਟੇ, ਜਦੋਂ ਅਸੀਂ ਆਪਣੀ ਐਕਚੁਅਲ ਪਰਫਾਰਮੈਂਸ ਨੂੰ ਆਪਣੀ ਪਲੈਨਡ ਪਰਫਾਰਮੈਂਸ ਦੇ ਨਾਲ ਕੰਪੇਅਰ ਕਰਦੇ ਹਾਂ, ਦੈਨ ਅਸੀਂ ਦੇਖਦੇ ਹਾਂ ਕਿ ਅਗਰ ਸਾਡੀ ਪਲੈਨਡ ਪਰਫਾਰਮੈਂਸ ਜਿਹੜੀ ਸੀਗੀ ਉਹ ਐਕਚੁਅਲ ਪਰਫਾਰਮੈਂਸ ਦੇ ਨਾਲ ਮੈਚ ਨਹੀਂ ਕਰਦੀ ਤਾਂ ਇਹਦੇ ਵਿੱਚ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ। ਉਹਨਾਂ ਪ੍ਰੋਬਲਮਸ ਨੂੰ ਫਾਈਂਡ ਆਊਟ ਕਰਨ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਸ਼ਾਰਟ ਆਊਟ ਕਰ ਦਿੰਦੇ ਹਾਂ, ਅਸੀਂ ਉਹਨਾਂ ਨੂੰ ਰਿਮੂਵ ਕਰ ਦਿੰਦੇ ਹਾਂ ਆਪਣੀ ਪਲੈਨਿੰਗ ਦੇ ਵਿੱਚੋਂ, ਦੈਟ ਆਰ ਕਾਲਡ ਕੰਟਰੋਲਿੰਗ। ਸੋ ਪ੍ਰੋਸੈਸ ਦਾ ਮੀਨਿੰਗ ਕੀ ਹੁੰਦਾ ਹੈ ਬੇਟੇ, ਸਟੈਪ ਬਾਏ ਸਟੈਪ। ਇਟ ਮੀਨ ਜਦੋਂ ਸਟੈਪ ਬਾਏ ਸਟੈਪ ਅਸੀਂ ਆਪਣੀ ਕੰਟਰੋਲਿੰਗ ਦੇ ਵਿੱਚ ਆਉਣ ਵਾਲੀਆਂ, ਅਸੀਂ ਆਪਣੀ ਐਕਚੁਅਲ ਪਰਫਾਰਮੈਂਸ ਦੇ ਵਿੱਚ ਆਉਣ ਵਾਲੀਆਂ ਪ੍ਰੋਬਲਮਸ ਨੂੰ ਰਿਮੂਵ ਕਰਦੇ ਹਾਂ, ਦੈਟ ਆਰ ਕਾਲਡ ਕੰਟਰੋਲਿੰਗ process. So bete, let us start with the process of controlling. This diagram shows the points that there are 5 processes in controlling. So first, establishing performance standard. ਅਸੀਂ ਸਭ ਤੋਂ ਪਹਿਲਾਂ ਇਹ ਵੇਖਦੇ ਹਾਂ ਕਿ ਅਸੀਂ ਸਟੈਂਡਰਡ ਸੈੱਟ ਕੀ ਕੀਤਾ ਸੀ। ਅਸੀਂ ਸਟਾਰਟਿੰਗ ਵਿੱਚ ਜਦ ਪਲਾਨ ਕੀਤੇ ਸੀਗੇ ਆਪਣੇ ਵਰਕ ਨੂੰ ਕੰਪਲੀਟ ਕਰਨ ਵਾਸਤੇ, ਆਪਣੇ ਟਾਰਗੇਟ ਨੂੰ ਕੰਪਲੀਟ ਕਰਨ ਵਾਸਤੇ, ਤਾਂ ਅਸੀਂ ਸਟੈਂਡਰਡ ਕੀ ਸੈੱਟ ਕੀਤਾ ਸੀ। ਫਿਰ ਅਸੀਂ ਦੇਖਦੇ ਹਾਂ ਡਿਟਰਮਾਈਨਡ ਪਰਫਾਰਮੈਂਸ ਮੇਜਰਮੈਂਟ। ਫਿਰ ਅਸੀਂ ਆਪਣੀ ਪਰਫਾਰਮੈਂਸ ਦੇਖਦੇ ਹਾਂ ਕਿ ਜੋ ਅਸੀਂ ਸਟੈਂਡਰਡ ਸੈੱਟ ਕੀਤਾ ਸੀ, ਅਸੀਂ ਆਪਣੀ ਪਰਫਾਰਮੈਂਸ ਉਸ ਸਟੈਂਡਰਡ ਦੇ ਅਕੋਰਡਿੰਗ ਲੈ ਕੇ ਜਾ ਰਹੇ ਹਾਂ। ਦੈਨ ਮੇਜਰ ਪਰਫਾਰਮੈਂਸ, ਉਸ ਤੋਂ ਬਾਅਦ ਅਸੀਂ ਆਪਣੀ ਪਰਫਾਰਮੈਂਸ ਨੂੰ ਮੇਜਰ ਕਰਦੇ ਹਾਂ ਪਲੈਨ ਪਰਫਾਰਮੈਂਸ ਨਾਲ, ਕਿ ਜੋ ਅਸੀਂ ਪਲਾਨ ਕਰ ਰਹੇ ਹਾਂ ਕਿ ਉਸ ਦੇ ਅਕੋਰਡਿੰਗ ਸਾਡੀ ਐਕਚੁਅਲ ਪਰਫਾਰਮੈਂਸ ਸੇਮ ਚੱਲਦੀ ਪਈ ਹੈ। ਦੈਨ ਕੰਪੇਅਰ ਵਿਦ ਸਟੈਂਡਰਡ ਡੇਵੀਏਸ਼ਨ, ਅਤੇ ਫਿਰ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ, ਆਈਦਰ ਦੇਰ ਇਜ਼ ਡੇਵੀਏਸ਼ਨ ਔਰ ਨਾਟ, ਦੈਨ ਟੇਕ ਕਰੈਕਟਿਵ ਐਕਸ਼ਨ ਔਨ ਇਟ ਇਫ ਦੇਰ ਇਜ਼ ਡੇਵੀਏਸ਼ਨ। ਅਗਰ ਉੱਥੇ ਡੇਵੀਏਸ਼ਨਸ ਹੁੰਦੀਆਂ ਨੇ ਦੈਨ ਕੰਪਨੀ ਜਾਂ ਮੈਨੇਜਰ ਹਮੇਸ਼ਾ ਉਹਦੇ 'ਤੇ ਆਪਣੇ ਕਰੈਕਟ ਐਕਸ਼ਨਸ ਲੈਂਦੇ ਨੇ, ਸੋ ਦੈਟ ਕਿ ਉਹ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਰਿਮੂਵ ਕਰ ਸਕਣ ਐਂਡ ਈਜ਼ੀਲੀ ਆਪਣੇ ਟਾਰਗੇਟ ਨੂੰ ਅਚੀਵ ਕਰ ਸਕਣ। After that, as we all know that management is a continue process, ਤਾਂ ਫਿਰ ਇਹ ਫੀਡਬੈਕ ਦੇ ਥਰੂ ਅਸੀਂ ਆਪਣੀ ਨੈਗੇਟਿਵ ਡੇਵੀਏਸ਼ਨਸ ਨੂੰ ਮਾਈਨਸ ਕਰਕੇ ਅਸੀਂ ਦੁਬਾਰਾ ਤੋਂ ਆਪਣੀ ਪਰਫਾਰਮੈਂਸ ਜਿਹੜੀ ਆ ਉਹਨੂੰ ਸਟਾਰਟ ਕਰ ਦਿੰਦੇ ਹਾਂ। ਸੋ ਲੈਟ ਅਸ ਸਟਾਰਟ ਵਿਦ ਦਾ ਫਸਟ ਸਟੈਪ ਆਫ ਦਾ ਕੰਟਰੋਲਿੰਗ ਪ੍ਰੋਸੈਸ, ਦੈਟ ਇਜ਼ ਅ ਸੈਟਿੰਗ ਅਪ ਆਫ ਸਟੈਂਡਰਡ। ਸੈਟਿੰਗ ਅਪ ਆਫ ਸਟੈਂਡਰਡ ਬੇਟਾ ਜੀ, ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਆਪਣੀ ਵਰਕਿੰਗ ਜਾਂ ਅਸੀਂ ਆਪਣਾ ਕੰਟਰੋਲਿੰਗ ਪ੍ਰੋਸੈਸ ਸਟਾਰਟ ਕਰਨਾ, ਅਤੇ ਅਸੀਂ ਕੀ ਵੇਖਦੇ ਹਾਂ ਕਿ ਅਸੀਂ ਜੋ ਟਾਰਗੇਟ, ਜੋ ਅਸੀਂ ਸਟੈਂਡਰਡ ਸੈੱਟ ਕੀਤੇ ਸੀ, ਜੋ ਅਸੀਂ ਓਬਜੈਕਟਿਵ ਸੈੱਟ ਕੀਤੇ ਸੀ, ਉਹ ਕੀ ਸੀਗੇ। ਓਕੇ, ਸੋ ਜਿਹਦੇ ਵਿੱਚ ਬੇਟੇ ਅਸੀਂ ਵੇਖਦੇ ਹਾਂ ਸਟੈਂਡਰਡਸ ਮੀਨਸ ਟਾਰਗੇਟ ਔਰ ਅ ਜਾਰਡ ਸਟਿਕ ਅਗੇਂਸਟ ਦ ਐਕਚੁਅਲ ਪਰਫਾਰਮੈਂਸ ਇਜ਼ ਮੇਜਰ। ਇਹ ਕੀ ਹੁੰਦੇ, ਜਿਹੜੀ ਪਰਫਾਰਮੈਂਸ ਸਾਡੀ ਚੱਲਦੀ ਪਈ ਹੈ ਡੇ ਬਾਏ ਡੇ, ਉਹਨਾਂ ਨੂੰ ਅਸੀਂ ਜਿਸ ਸਟੈਂਡਰਡਸ ਦੇ ਨਾਲ ਮੈਚ ਕਰਨਾ ਹੁੰਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸਟੈਂਡਰਡਸ। ਦੈਨ ਦ ਸਟੈਂਡਰਡ ਬਿਕਮ ਬੇਸਿਕ ਫॉर ਕੰਪੈਰੀਜ਼ਨ ਐਂਡ ਮੈਨੇਜਰ ਇਨਸਿਸਟ ਔਨ ਫਾਲੋਇੰਗ ਆਫ ਸਟੈਂਡਰਡ। ਸੋ ਸਟੈਂਡਰਡਸ ਹੀ ਹੁੰਦੇ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਪਰਫਾਰਮੈਂਸ ਨੂੰ ਕੰਪੇਅਰ ਕਰ ਸਕਦੇ ਹਾਂ, ਅਤੇ ਜਿਨ੍ਹਾਂ ਨੂੰ ਫੋਲੋ ਕਰਦੇ ਹੋਇਆ ਅਸੀਂ ਆਪਣੇ ਟਾਰਗੇਟ ਨੂੰ ਅਚੀਵ ਕਰਦੇ ਹਾਂ। ਦ ਸਟੈਂਡਰਡ ਮਸਟ ਬੀ ਅਚੀਵੇਬਲ, high or very high standard which cannot be achieved are of no use। देखो बेटे स्टैंडर्ड ਜਿਹੜੇ ਉਹ ਅਚੀਵੇਬਲ ਵੀ ਹੋ ਸਕਦੇ ਆ, ਸਟੈਂਡਰਡ ਜਿਹੜੇ ਉਹ ਹਾਈ ਵੀ ਹੋ ਸਕਦੇ ਆ, ਅਤੇ ਵੈਰੀ ਹਾਈ ਸਟੈਂਡਰਡ ਦੇ ਵੀ ਹੋ ਸਕਦੇ ਜਿਨ੍ਹਾਂ ਨੂੰ ਅਸੀਂ ਈਜ਼ੀਲੀ ਵਨ ਟਾਈਮ ਦੇ ਵਿੱਚ ਪੂਰੇ ਹੀ ਕੰਪਲੀਟ ਨਹੀਂ ਕਰ ਪਾਉਂਦੇ। Standard must be set up keeping in the mind the resource of the organization, and as far as possible standard must be set up in numerical and measurable term। ਸਟੈਂਡਰਡ ਜਿਹੜੇ ਬੇਟੇ ਅਸੀਂ ਇਹਨਾਂ ਨੂੰ ਇਹ ਧਿਆਨ ਵਿੱਚ ਰੱਖਦੇ ਹੋਏ ਬਣਾਉਂਦੇ ਹਾਂ ਕਿ ਆਰਗੇਨਾਈਜੇਸ਼ਨ ਉਹਨਾਂ ਨੂੰ ਈਜ਼ੀਲੀ ਅਚੀਵ ਕਰ ਸਕੇ, ਅਤੇ ਈਵਨ ਅਸੀਂ ਉਹਨਾਂ ਨੂੰ ਨੂਮੈਰੀਕਲ ਐਂਡ ਮੇਜਰੇਬਲ ਟਰਮ ਦੇ ਵਿੱਚ ਵੀ ਜੱਜ ਕਰ ਸਕਦੇ ਹਾਂ, ਸੋ ਦੈਟ ਈਜ਼ੀਲੀ
सानू पता चल सके कि असी अपने स्टैंडर्ड्स किहड़े बनाए सीगे। फॉर एग्जाम्पल बेटे एक कंपनी मन के चलती है कि उहदियां स्टैंडर्ड सेल्स 20 लाख पर एनुअल होनियां चाहिए, मतलब एक साल दे विच उन्हां दियां सेल्स जिहड़ियां 20 लाख दे नीयर अबाउट होनियां चाहिए हैं। ओके, तो वो नाल ही भी वेखते हैं कि स्टैंडर्ड प्रॉफिट सानू कितना चाहिए आ, मतलब अगर वो 20 लाख पर एनम बना के चलणगे तो उन्होंने लगेगा कि साडा 4 लाख का ये प्रॉफिट होना चाहिए आ, तो साडी कॉस्ट कितनी होनी चाहिए आ, ओनली वो रिडक्शन कॉस्ट की कितनी करते हैं 5%, सो दैट ईजीली उन्होंने टारगेट जोड़ा है वो कंप्लीट हो सके। ओके, सो बेटे समटाइम इज़ नॉट पॉसीबल टू एक्सप्रैस द स्टैंडर्ड इन न्यूमेरिकल टर्म, जिमें कि कई बार असी कह सकते कि न्यूमेरिकल टर्म के विच असी इन्हों जज नहीं कर सकते। ओके, स्टैंडर्ड्स इस तरीके नाल करके चलते हैं कि जो असी लिखा होया, जो असी ऑब्जेक्ट बनाए हुए हैं उन्होंने असी ईजीली अचीव कर सकीए। सो बेटे नैक्सट टॉपिक दैट इज़ अ मेयरिंग ऑफ परफॉर्मेंस। जो असी स्टैंडर्ड सैट कर लेंगे हैं तो उस तो बाद असी सैकेंड स्टैप जिहड़ा उहनूं करना हुंदा है दैट इज़ अ मेयरिंग परफॉर्मेंस। फिर बेटे असी अपनी परफॉर्मेंस मेयर करते हैं विद द एक्चुअल परफॉर्मेंस। आफ्टर सेटिंग ऑफ स्टैंडर्ड्स the performance of the employee was measured by the evaluating the actual work done by the employee। ਜਦੋਂ ਅਸੀਂ ਸਟੈਂਡਰਡ ਸੈੱਟ ਕਰ ਲੈਂਦੇ ਹਾਂ तो फिर ਜਿਹੜਾ ਸਾਡਾ एवेल्यूएटर ਹੁੰਦਾ ਹੈ ਉਹ ਸਾਡੀ परफॉर्मेंस ਨੂੰ ਡੇ ਬਾਏ ਡੇ ਚੈੱਕ ਕਰਦਾ ਰਹਿੰਦਾ ਹੈ ਅਕੋਰਡਿੰਗ ਟੂ ਦਾ ਪਲਾਨ। when the performance can be measured numerically then it is very convenient to measure the performance। जेकर ये numerical term ਦੇ ਵਿੱਚ देखी जाए तो बहुत convenient ਹੁੰਦੀ है बेटे measure करनी। फॉर एग्जाम्पल असी मान के चलिए कि साड़ियाँ असी टारगेट बनाया कि साड़ियाँ सेल 20 लाख दियाँ हो जाएगियाँ ओके पूरे साल दे विच, तो वो अचीव हो जांदियां ने दैन दैट ईजीली मेयरेबल हो जाता है। अगर वो 16 लाख दी होंदी तो भी सानू पता चल जाता कि 4 लाख रुपीज़ साडा लॉस हो गया। अगर वो 24 दी होंदी तो भी सानू पता चल जाता है कि दैट 4 लाख रुपीज़ साडा की हो गया है, प्रॉफिट हो गया है। While measuring the performance, quantitative as well as qualitative aspect of performance is kept in mind। सानू अपनी परफॉर्मेंस ਨੂੰ मेयर करन दे समय सानू क्वालिटेटिव ते क्वांटिटेटिव दोनों ही एस्पैक्ट्स ਨੂੰ ध्यान ਵਿੱਚ रख के चलना चाहिए है। Sometimes employee achieve the क्वांटिटेटिव स्टैंडर्ड बाय इग्नोरिंग क्वालिटेटिव स्टैंडर्ड, तो कई बार की करते हैं इंप्लॉइज जोड़े वो अचीव करते हैं क्वांटिटेटिव स्टैंडर्ड कि पर्टिकुलरली क्वालिटी नहीं देख रहे हो क्वांटिटेटिव वेखते हैं कि अगर प्रोडक्ट की क्वालिटी वधिया नहीं भी हैगी तो भी उन्होंने क्वांटिटी जी वो ज़्यादा हैगी आ। इस तरीके नाल वेखे चलते कि अगर 20 लाख उन्होंने गुड्स कही तो असी 20 लाख का ही टारगेट कंप्लीट करना आ, चाहे साड़ी क्वालिटी वधिया होए गुड्स की तो चाहे ना। ओके, सो स्टैंडर्ड सैट करन तो बाद असी परफॉर्मेंस मेयर करते हैं इंप्लॉइज ही अकॉर्डिंग टू दैट स्टैंडर्ड। नैक्सट स्टैप दैट इज़ कंपेयर परफॉर्मेंस अगेंस्ट स्टैंडर्ड। उस तो बाद असी बेटे कंपेयर करते हैं परफॉर्मेंस ऑफ द इंप्लॉई विद द स्टैंडर्ड। आफ्टर मेयरिंग द परफॉर्मेंस मैनेजर कंपेयर द एक्चुअल परफॉर्मेंस विद द प्लान परफॉर्मेंस एंड स्टैंडर्ड्स। सारा कुछ मतलब मेयर परफॉर्मेंस मेयर करन तो बाद जिहड़ा मैनेजर आ वो की देखता है कि एक्चुअल परफॉर्मेंस जी इंप्लॉय की वो प्लान परफॉर्मेंस के रिगार्डिंग चलती पई है जां नहीं। दैन इफ़ देयर इज़ मैच इन बोथ दैन द कंट्रोलिंग फंक्शन एंड देयर ओनली। तो जेकर दोनों मैच चलते पे ने इट मीन कंट्रोलिंग बहुत वधिया चलती पई है दैट्स एंड देयर। बट if there is mismatch for deviation then the manager try to find out the extent of deviation। अगर मिसमैच चलता पाया then मैनेजर ट्राई करेगा कि वो फाइंड आउट करे डेविएशन। डेविएशन मीनस प्रॉब्लम की प्रॉब्लम्स आ रही ने कि एक्चुअल परफॉर्मेंस साड़ी जिहड़ी हैगी आ वो प्लान परफॉर्मेंस के रिगार्डिंग नहीं चलती पई। इफ़ द डेविएशन इज़ माइनर दैन इट शुड बी इग्नोर। जेकर माइनर या प्रॉब्लम कोई माइनर है तो उन्होंने इग्नोर किया जा सकता है। अगर डेविएशन ज़्यादा है तो उन्होंने असी टाइमली एक्शन लवांगे सो दैट कि उन्होंने रिमूव किया जा सके। दैन एनालिसिंग डेविएशन। एनालिसिंग डेविएशन बेटे असी डेविएशन फाइंड आउट कर लिया, फिर असी देखांगे कि डेविएशन किस किस तरीके दियां ने। डेविएशन के पॉइंट ऑफ व्यू तो बेटे दो वे दे विच दो टेक्नीक्स दे नाल डेविएशन नूं एनालिसिस किया जा सकता है।
one is critical point control, second is management by exception. So first of all bete, all deviation need not be brought to the notice of top management. ਸਾਰੀਆਂ ਡਿਵੀਏਸ਼ਨਸ ਨੂੰ ਇਹ ਟਾਪ ਮੈਨੇਜਮੈਂਟ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ। ਕੁਛ ਜਿਹੜੀਆਂ ਉਹ ਮੈਨੇਜਰ ਖੁਦ ਵੀ ਰਿਮੂਵ ਕਰ ਲੈਂਦੇ ਨੇ ਅਤੇ ਕੁਛ ਡੇਵੀਏਸ਼ਨ ਜਦੋਂ ਮਤਲਬ ਉਹ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ ਅਤੇ ਉਦੋਂ ਟਾਪ ਲੈਵਲ ਮੈਨੇਜਮੈਂਟ ਨੂੰ ਦੱਸਣੀਆਂ ਪੈਂਦੀਆਂ ਨੇ। ਸੋ ਕ੍ਰਿਟੀਕਲ ਪੁਆਇੰਟ ਕੰਟਰੋਲ ਦੇ ਵਿੱਚ ਕੀ ਹੁੰਦਾ ਆ, ਜਦੋਂ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਮਿਡਲ ਲੈਵਲ 'ਤੇ ਮੈਨੇਜਰ ਵਰਕ ਕਰਦੇ ਪਏ ਨੇ ਉਹ ਸਾਰੀਆਂ ਪ੍ਰੋਬਲਮਸ ਨੂੰ ਫਾਈਂਡ ਆਊਟ ਕਰਦੇ ਨੇ, ਦੈਨ ਉਹਨਾਂ ਨੂੰ ਸੋਲਵ ਕਰਕੇ ਅਤੇ ਅਗੇਨ ਪਰਫੋਰਮੈਂਸ ਜਿਹੜੀ ਆ ਉਹਨੂੰ ਵਧੀਆ ਇੰਪਰੂਵ ਕਰ ਲੈਂਦੇ ਅਤੇ ਉਹਨੂੰ ਕੀ ਕਿਹਾ ਜਾਂਦਾ ਹੈ, ਕ੍ਰਿਟੀਕਲ ਪੁਆਇੰਟ ਕੰਟਰੋਲ। ਬਟ ਮੈਨੇਜਮੈਂਟ ਬਾਏ ਐਕਸੈਪਸ਼ਨ ਮੀਨਸ ਕਿ ਕੁਛ ਜਿਹੜੀ ਡੇਵੀਏਸ਼ਨ ਜਿਹੜੀਆਂ ਆ ਈਜ਼ੀਲੀ ਸੋਲਵ ਨਹੀਂ ਹੁੰਦੀਆਂ, ਉਹਨੂੰ ਮਿਨਟਸ ਦੇ ਵਿੱਚ, ਉਹਨੂੰ ਮੀਟਿੰਗਸ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਅਤੇ ਉਹਨੂੰ ਹੈਂਡਡ ਆਊਟ ਕਰ ਦਿੱਤਾ ਜਾਂਦਾ ਟੂ ਦਾ ਟੋਪ ਲੈਵਲ ਮੈਨੇਜਮੈਂਟ। ਉਹੀ ਉਹਨਾਂ ਡੇਵੀਏਸ਼ਨਸ ਨੂੰ ਰਿਮੂਵ ਕਰਕੇ ਫਰਦਰ ਇਨਕੁਆਇਰੀ ਜਿਹੜੀ ਉਹ ਸਟਾਰਟ ਕਰਦੇ ਨੇ। ਸੋ ਨੈਕਸਟ ਦੈਟ ਇਜ਼ ਅ ਟੇਕਿੰਗ ਕਰੈਕਟਿਵ ਮਾਈਅਰਸ। ਅਗਰ ਬੇਟੇ ਅਸੀਂ ਫਾਈਂਡ ਆਊਟ ਕਰ ਲਈਆਂ ਕਿ ਕਿਹੜੀਆਂ ਕਿਹੜੀਆਂ ਡੇਵੀਏਸ਼ਨਸ ਆਈਆਂ ਨੇ, ਦੈਨ ਅਸੀਂ ਕੀ ਕਰਦੇ, ਉਹਨਾਂ ਡੇਵੀਏਸ਼ਨਸ ਨੂੰ ਦੇ ਉੱਪਰ ਕਰੈਕਟ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸੋ on comparing the actual performance with the planned performance, the manager will come to know about the deviation between the planned and actual performance। ਸਾਰਾ ਕੁਛ ਕਰਨ ਤੋਂ ਬਾਅਦ ਮੈਨੇਜਰ ਦੇਖਦਾ ਹੈ ਕਿ ਉਹਨਾਂ ਡੇਵੀਏਸ਼ਨਸ ਨੂੰ ਦੇਖਿਆ ਜਾਵੇ ਕਿ ਉਹ ਡੇਵੀਏਸ਼ਨ ਕਿਸ ਕਿਸ ਤਰੀਕੇ ਦੀਆਂ ਨੇ। then we know the reason for such a deviation and trying to remove deviation in future। ਫਿਰ ਅਸੀਂ ਉਹਨਾਂ ਦਾ ਰੀਜ਼ਨ ਦੇਖਾਂਗੇ ਡੇਵੀਏਸ਼ਨ ਕਿਉਂ ਆਈਆਂ, ਕਿਹੜੀ ਕਿਹੜੀ ਮਤਲਬ ਸਿਚੁਏਸ਼ਨ ਦਾ ਕਰਕੇ ਡੇਵੀਏਸ਼ਨਸ ਜਿਹੜੀਆਂ ਆ ਉਹ ਬਣੀਆਂ ਅਤੇ ਉਹਨਾਂ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਓਕੇ, ਦੈਨ ਬੇਟਾ ਜੀ ਫੀਡਬੈਕ ਦੇ ਵਿੱਚ ਬੇਟੇ ਅਸੀਂ ਕਹਿ ਸਕਦੇ ਹਾਂ ਕਿ ਫੀਡਬੈਕ ਕੰਟਰੋਲਿੰਗ ਦੀ ਕੀਤੀ ਜਾਂਦੀ ਆ, ਕਿਉਂ ਐਜ਼ ਵੀ ਆਲ ਨੋ ਦੈਟ ਦਿਸ ਇਜ਼ ਅ ਕੰਟੀਨਿਊ ਪ੍ਰੋਸੈਸ। The controlling function doesn't end by taking corrective action as it is a continuous process। controlling function ਇੱਥੇ ਹੀ ਖਤਮ ਨਹੀਂ ਹੁੰਦਾ ਬੇਟੇ ਕਿ ਅਸੀਂ ਡੇਵੀਏਸ਼ਨਸ ਰਿਮੂਵ ਕਰ ਦਿੱਤੇ ਅਤੇ ਕੰਟਰੋਲਿੰਗ ਫੰਕਸ਼ਨ ਐਂਡ ਹੋ ਗਿਆ। ਨੋ, ਆਫਟਰ ਸੁਜੈਸਟਿੰਗ ਦਾ ਕਰੈਕਟਿਵ ਮਾਈਅਰ ਅ ਫੀਡਬੈਕ ਰਿਪੋਰਟ ਇਜ਼ ਪ੍ਰੀਪੇਅਰਡ। ਜਦੋਂ ਅਸੀਂ ਸਾਰਾ ਕੁਛ ਠੀਕ ਕਰ ਲੈਂਦੇ ਹਾਂ ਉਸ ਤੋਂ ਬਾਅਦ ਇੱਕ ਫੀਡਬੈਕ ਤਿਆਰ ਕੀਤੀ ਜਾਂਦੀ ਹੈ ਜਿਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਇਹ ਪ੍ਰੋਬਲਮ ਆਈਆਂ ਅਤੇ ਇਹਨਾਂ ਨੂੰ ਸੋਲਵ ਕਰਨ ਤੋਂ ਬਾਅਦ ਨੈਕਸਟ ਪਲਾਨ ਦੇ ਵਾਸਤੇ ਜਾਇਆ ਜਾਏਗਾ। ਓਕੇ, so feedback refer to the list of reason for deviation of plan for inefficiency in overall working of organization। ਫੀਡਬੈਕ ਉਹ ਹੁੰਦੀ ਹੈ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਡੇਵੀਏਸ਼ਨ ਦੇ ਰੀਜ਼ਨ ਕੀ ਹੋਏ ਅਤੇ ਕਿਸ ਵਜ੍ਹਾ ਦਾ ਕਰਕੇ ਵਰਕਿੰਗ ਕੰਡੀਸ਼ਨ ਜਿਹੜੀਆਂ ਉਹ ਐਫੀਸ਼ੈਂਟ ਇਨਐਫੀਸ਼ੈਂਟ ਰਹੀਆਂ। ਈਵਨ ਅਸੀਂ ਉਹਨਾਂ ਨੂੰ ਰੀਜ਼ਨ ਵੀ ਦਿੰਦੇ ਹਾਂ ਅਤੇ ਕਰੈਕਟਿਵ ਮਾਈਅਰ ਵੀ ਦੱਸਦੇ ਹਾਂ ਕਿ ਇਹ ਮਾਈਅਰਸ ਜਿਹੜੇ ਇਹਦੇ ਉੱਪਰ ਲਏ ਜਾ ਰਹੇ ਹੈ। ਓਕੇ, ਸੋ ਫੀਡਬੈਕ ਐਕਟ ਐਜ਼ ਬੇਸ ਟੂ ਐਸਟੈਬਲਿਸ਼ ਦੇਅਰ ਸਟੈਂਡਰਡ ਫॉर ਨੈਕਸਟ ਈਅਰ। ਅਤੇ ਉਹ ਫੀਡਬੈਕ ਹੀ ਅਗਲੇ ਸਾਲ ਦੇ ਸਟੈਂਡਰਡਸ ਨੂੰ ਐਸਟੈਬਲਿਸ਼ ਕਰਨ ਵਾਸਤੇ ਹੈਲਪਫੁਲ ਹੁੰਦੀ ਆ। ਐਂਡ ਕੰਟਰੋਲਿੰਗ ਪ੍ਰੋਸੈਸ ਅਗੇਨ ਸਟਾਰਟ ਫਰੋਮ ਫਸਟ ਸਟੈਪ। ਜਦੋਂ ਫੀਡਬੈਕ ਕੰਪਲੀਟ ਹੋ ਜਾਂਦੀ ਹੈ ਅਤੇ ਸਾਡਾ ਕੰਟਰੋਲਿੰਗ ਪ੍ਰੋਸੈਸ ਜਿਹੜਾ ਉਹ ਫਸਟ ਸਟੈਪ ਤੋਂ ਦੁਬਾਰਾ ਸਟਾਰਟ ਹੋ ਜਾਂਦਾ ਹੈ। ਸੋ ਬੇਟੇ ਡੇਵੀਏਸ਼ਨ ਦੋ ਤਰ੍ਹਾਂ ਦੀਆਂ ਹੋ ਸਕਦੀਆਂ, ਵਨ ਇਜ਼ ਅ ਪੋਜ਼ੀਟਿਵ ਐਂਡ ਸੈਕਿੰਡ ਇਜ਼ ਅ ਨੈਗੇਟਿਵ। ਪੋਜ਼ੀਟਿਵ ਜਿਹੜੀ ਆ ਉਹ ਤੁਹਾਡੀ ਪਰਫੋਰਮੈਂਸ ਨੂੰ ਹੋਰ ਬੈਟਰ ਬਣਾ ਦਿੰਦੀ ਆ ਅਤੇ ਨੈਗੇਟਿਵ ਜਿਹੜੀ ਆ ਉਹ ਤੁਹਾਡੀ ਪਰਫੋਰਮੈਂਸ ਨੂੰ ਡਾਊਨ ਲੈ ਕੇ ਜਾ ਸਕਦੀ ਆ। ਓਕੇ, ਸੋ ਦਿਸ ਇਜ਼ ਦਾ ਟੋਪਿਕ ਆਫ ਕੰਟਰੋਲਿੰਗ ਪ੍ਰੋਸੈਸ। ਇਸ ਟੋਪਿਕ ਦੇ ਨਾਲ ਹੀ ਬੇਟੇ ਤੁਹਾਡਾ ਚੈਪਟਰ ਕੰਪਲੀਟ ਆ। ਸੋ ਤੁਹਾਡੇ ਆਲ ਦੀ ਫੰਕਸ਼ਨ ਆਫ ਮੈਨੇਜਮੈਂਟ ਦੈਟ ਇਜ਼ ਅ 5 ਫੰਕਸ਼ਨ ਆਫ ਮੈਨੇਜਮੈਂਟ ਕੰਪਲੀਟਡ। ਐਂਡ ਇਫ ਯੂ ਹੈਵ ਐਨੀ query you can ask me through WhatsApp messages or call। And thanks and have a nice day.